हाँ बेटा, ਜਿਹੜਾ ਅਸੀਂ ਅੱਜ ਟੌਪਿਕ ਆਪਣਾ ਸ਼ੁਰੂ ਕਰਨਾ ਹੈ ਉਹ ਹੈ ਸੂਫੀਜ਼ਮ ਦੇ ਬਾਰੇ। ਸੂਫੀ ਜਿਹੜਾ ਸ਼ਬਦ ਹੈਗਾ ਬੇਟਾ, ਉਹਦੇ ਸੰਬੰਧ ਦੇ ਵਿੱਚ ਹਿਸਟੋਰੀਅਨਸ ਦੇ ਅਲੱਗ-ਅਲੱਗ ਵਿਚਾਰ ਨੇ। ਕਈ ਕਹਿੰਦੇ ਕਿ ਜਿਹੜਾ ਇਹ ਸੂਫੀ ਸ਼ਬਦ ਹੈਗਾ ਉਹ ਸੋਫੀਆ ਸ਼ਬਦ ਤੋਂ ਆਇਆ, ਜਿਹਦਾ ਮਤਲਬ ਹੈ ਗਿਆਨ। ਔਰ ਕਈ ਕਹਿੰਦੇ ਕਿ ਇਹਦਾ ਅਰਥ ਸਫਾ ਤੋਂ ਆਇਆ, ਜਿਹਦਾ ਮਤਲਬ ਹੈ ਪਵਿੱਤਰਤਾ। ਔਰ ਕਈਆਂ ਨੇ ਕਿਹਾ ਕਿ ਹਜ਼ਰਤ ਮੁਹੰਮਦ ਨੇ ਮਦੀਨਾ ਵਿੱਚ ਜੋ ਮਸਜਿਦ ਬਣਵਾਈ ਸੀਗੀ, ਹਜ਼ਰਤ ਮੁਹੰਮਦ ਜੀ ਨੇ, ਉਸਦੇ ਸੂਫ ਭਾਵ ਯਾਨੀ ਚਬੂਤਰੇ 'ਤੇ ਆ ਕੇ ਕੁਝ ਗਰੀਬ ਲੋਕਾਂ ਨੇ ਆਸਰਾ ਲਿਆ। ਉੱਥੋਂ ਦੀ ਜਿਹੜਾ ਹੈਗਾ ਉਹ ਪਵਿੱਤਰ ਜੀਵਨ ਬਤੀਤ ਕਰਦੇ ਸੀਗੇ ਨੇਕ ਕਮਾਈ ਦੇ ਨਾਲ। ਉੱਥੋਂ ਦੀ ਜਿਹੜਾ ਵਰਡ ਹੈਗਾ ਇਹ ਸੂਫੀ ਸ਼ਬਦ ਜਿਹੜਾ ਹੈਗਾ ਆਇਆ। ਔਰ ਕਈ ਇਸ ਨੂੰ ਸੂਫੀ ਸ਼ਬਦ ਨੂੰ ਸੰਘ ਦੇ ਨਾਲ ਵੀ ਯਾਨੀ ਐਸੋਸੀਏਸ਼ਨ ਯਾਨੀ ਆਰਗੇਨਾਈਜੇਸ਼ਨ ਦਾ ਵੀ ਮਤਲਬ ਇਸ ਦਾ ਕੱਢਦੇ ਨੇ। ਔਰ ਜਿਹੜਾ ਅਬੂ ਨਸਰ ਅਲ ਮਿਰਾਜ ਜਿਹੜਾ ਹੈਗੇ ਹੈ, ਉਹਨਾਂ ਦੇ ਅਨੁਸਾਰ ਜਿਹੜਾ ਸੂਫੀ ਸ਼ਬਦ ਹੈ ਉਹ ਸਫ ਤੋਂ ਬਣਿਆ ਹੈਗਾ। ਯਾਨੀ ਹਜ਼ਰਤ ਮੁਹੰਮਦ ਤੋਂ ਬਾਅਦ ਮੁਸਲਮਾਨ ਫਕੀਰ 19 ਕੰਬਲ ਪਾ ਕੇ ਆਪਣੇ ਧਰਮ ਦਾ ਪ੍ਰਚਾਰ ਕਰਦੇ ਸੀਗੇ। ਇਸ ਕਰਕੇ ਜਿਹੜਾ ਹੈਗਾ ਉਹ ਉਸ ਨੂੰ ਸਫ ਕਿਹਾ ਜਾਂਦਾ ਸੀਗਾ। ਇਸ ਕਰਕੇ ਉੱਥੋਂ ਦੀ ਸ਼ਬਦ ਸੂਫੀ ਪਿਆ। ਤੋ ਯਾਨੀ ਜਿਹੜੇ ਸਾਧੂ ਸੂਫੀ ਲੋਕ ਸਨ ਉਹ ਸਾਦੇ ਕੱਪੜੇ ਪਾਉਂਦੇ ਸੀਗੇ ਤੋ ਔਰ ਆਪਣੇ ਧਰਮ ਦਾ ਪ੍ਰਚਾਰ ਜਿਹੜਾ ਹੈਗਾ ਉਹ ਕਰਦੇ ਸੀਗੇ। ਤੋ ਇਹ ਸੂਫੀ ਸ਼ਬਦ ਦਾ ਜਿਹੜਾ ਸ਼ਾਬਦਿਕ ਓਰੀਜਨ ਹੈਗਾ ਉਹਨੂੰ ਅਸੀਂ ਬੇਟਾ ਇਸ ਢੰਗ ਦੇ ਨਾਲ ਮੰਨਦੇ ਹੈਗੇ। ਜਿੱਥੋਂ ਤੱਕ ਇਸ ਦੀ ਇੱਕ ਡੈਫੀਨੇਸ਼ਨ ਦਾ ਸਵਾਲ ਹੈ ਕਿ ਜਿਹੜਾ ਸੂਫੀ ਮਤ ਹੈਗਾ ਉਹ ਇਹ ਕਿਹਾ ਜਾਂਦਾ ਹੈ ਕਿ ਇਹ ਰੱਬ ਦੇ ਨਾਲ ਇੱਕ ਸੱਚਾ ਪਿਆਰ, ਜਿਹਨੂੰ ਕਹਿੰਦੇ ਕਿ ਓਨਲੀ ਗੋਡ ਦੇ ਪ੍ਰਤੀ ਪੂਰੀ ਤਰ੍ਹਾਂ ਦੇ ਨਾਲ ਸਮਰਪਿਤ, ਜਿਹਦੇ ਵਿੱਚ ਸੰਗੀਤ, ਨਾਚ, ਕਵਿਤਾਵਾਂ, ਕਵਾਲੀਆਂ, ਇਹਨਾਂ ਸਾਰੇ ਮਾਧਿਅਮਾਂ ਨੂੰ ਅਪਣਾਇਆ ਜਾਂਦਾ ਸੀਗਾ। ਔਰ ਇਸ ਪ੍ਰਕਾਰ ਜਿਹੜੀਆਂ ਹੈਗੀਆਂ ਨੇ, ਜਿਹੜਾ ਸੂਫੀ ਜੁਨੇਦ ਦਾ ਹੈਗਾ ਕਿ ਰੱਬ ਤੋਂ ਇਲਾਵਾ ਸੱਚਾ ਜਿਹੜਾ ਹੈਗਾ ਸਭ ਕੁਝ ਤਿਆਗ ਦੇਣਾ ਹੀ ਜਿਹੜਾ ਹੈਗਾ ਸੂਫੀਵਾਦ ਹੈਗਾ। ਯਾਨੀ ਗੋਡ ਐਂਡ ਓਨਲੀ ਗੋਡ, ਨੋ ਰਿਚੁਅਲਸ, ਨੋ ਸੁਪਰਸਟੀਸ਼ਨਸ, ਨਾ ਹੀ ਕੋਈ ਉਸ ਤਰੀਕੇ ਦੀਆਂ ਟ੍ਰੈਡੀਸ਼ਨਸ, ਉਹਨਾਂ ਤੋਂ ਕਿਸੇ ਵੀ ਤਰ੍ਹਾਂ ਦਾ ਆਜ਼ਾਦ ਹੋ ਜਾਣਾ ਇਹ ਔਰ ਰੱਬ ਦੇ ਪ੍ਰਤੀ ਹੀ ਆਪਣੇ ਆਪ ਨੂੰ ਸਮਰਪਿਤ ਕਰ ਦੇਣਾ, ਇਹ ਸੂਫੀਵਾਦ ਜਿਹੜਾ ਹੈਗਾ ਉਹ ਮੰਨਿਆ ਜਾਂਦਾ ਹੈ। ਜਦੋਂ ਅਸੀਂ ਸੂਫੀ ਮਤ ਦੀਆਂ ਕਰਦੇ ਹਾਂ ਕਿ ਸਟੇਜਿਸ ਕੀ ਨੇ, ਤਾਂ ਅਸੀਂ ਦੇਖਦੇ ਹਾਂ ਕਿ 4 ਸਟੇਜਿਸ ਨੇ। ਉਹਦੀਆਂ 4 ਸਟੇਜਾਂ ਨੂੰ 4 ਮੰਜ਼ਲਾਂ ਕਿਹਾ ਜਾਂਦਾ ਹੈ। ਔਰ ਜਦੋਂ ਅਸੀਂ 4 ਮੰਜ਼ਲਾਂ ਦਾ ਜ਼ਿਕਰ ਕਰਨਾ ਤੇ ਇਹ ਵੀ ਗੱਲ ਮੰਨਣਾ ਹੈ ਕਿ ਅਸੀਂ ਭਗਤੀ ਮੂਵਮੈਂਟ 'ਚ ਵੀ ਦੇਖਿਆ ਕਿ ਮਾਸਟਰ ਐਂਡ ਸਲੇਵ ਦਾ ਜਿਹੜਾ ਰਿਲੇਸ਼ਨ ਹੈਗਾ ਕਿ ਇੱਕ ਮਾਲਕ ਹੈ, ਮੈਂ ਉਹਦਾ ਦਾਸ ਹਾਂ, ਉਹੀ ਰਿਲੇਸ਼ਨ ਲਗਭਗ ਜਿਹੜਾ ਹੈਗਾ ਸੂਫੀ ਮਤ ਦੇ ਵਿੱਚ ਵੀ ਸਾਨੂੰ ਦੇਖਣ ਨੂੰ ਮਿਲਦਾ ਹੈਗਾ। ਉਹ 4 ਸਟੇਜਿਸ ਨੇ: ਸ਼ਰੀਅਤ, ਤਰੀਕਤ, ਮਾਰਫਤ ਤੇ ਹਕੀਕਤ। ਜਿਹੜੀ ਪਹਿਲੀ ਮੰਜ਼ਲ ਹੈ ਉਹ ਲਗਭਗ ਜਿਹੜੀ ਹੈਗੀ ਹੈ ਨਾਮ ਮਾਤਰ ਹੈਗੀ ਹੈ। ਔਰ ਜਿਹੜੀਆਂ ਬਾਕੀ ਦੀਆਂ 3 ਮੰਜ਼ਲਾਂ ਨੇ ਬੜੀਆਂ ਜਿਹੜੀਆਂ ਨੇ ਉਹ ਔਖੀਆਂ ਮੰਨੀਆਂ ਜਾਂਦੀਆਂ ਨੇ। ਅਤੇ ਜਦੋਂ ਅਸੀਂ ਇਹਨੂੰ ਸਿੰਪਲੀਫਾਈਡ ਕਰਕੇ ਸੂਫੀ ਮਤ ਦੇ ਸਿਧਾਂਤਾਂ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਭਗਤੀ ਮਤ ਦੇ ਨਾਲ ਸੰਬੰਧਿਤ ਜਾਂ ਭਗਤੀ ਮਤ ਦੀ ਤਰ੍ਹਾਂ ਹੀ ਨਜ਼ਰ ਆਉਂਦੀਆਂ ਨੇ। ਜਿਵੇਂ ਖਾਸ ਤੌਰ ਦੇ ਉੱਤੇ ਜਿਵੇਂ ਪਹਿਲਾ ਹੈ ਕਿ ਈਸ਼ਵਰ ਦੀ ਏਕਤਾ, ਯਾਨੀ ਦੇਰ ਇਜ਼ ਓਨਲੀ ਵਨ ਗੋਡ ਐਂਡ ਆਲ ਦਾ ਪਾਵਰਸ ਆਰ ਵਿਦ ਦੈਟ ਗੋਡ ਵਿਦ ਕੈਪੀਟਲ G। यानी केवल ईश्वर ही है और सिर्फ ईश्वर ही सच है, होर किसी चीज़ ਨੂੰ ਉਹ ਸੱਚ ਮੰਨਣ ਤੋਂ ਇਨਕਾਰ ਕਰ ਦੇਵੇ। ਨੰਬਰ 2 ਹੈ ਕਿ ਮਨ ਦੀ ਪਵਿੱਤਰਤਾ ਤੇ ਜ਼ੋਰ, ਕਿ ਜਿਹੜੇ ਬਾਹਰੀ ਕਰਮ ਕਾਂਡ ਨੇ, ਜਿੱਦਾਂ ਗੁਰਬਾਣੀ ਦੇ ਵਿੱਚ ਵੀ ਆਉਂਦਾ ਹੈ ਕਿ ਜੇ ਤੁਸੀਂ ਆਪਣੇ ਸਰੀਰ ਨੂੰ ਜਿੰਨਾ ਮਰਜ਼ੀ ਸਾਫ਼ ਕਰ ਲਓ, ਪਰ ਅਗਰ ਤੁਸੀਂ ਆਪਣੇ ਮਨ ਨੂੰ ਸਾਫ਼ ਨਹੀਂ ਕੀਤਾ ਤਾਂ ਉਹਦਾ ਕੋਈ ਲਾਭ ਨਹੀਂ ਹੈ। ਸਰੀਰ ਦੀ ਮੈਲ ਤਾਂ ਤੁਸੀਂ ਸਾਬਣ ਲਗਾ ਕੇ ਪਾਣੀ ਦੇ ਨਾਲ ਧੋ ਸਕਦੇ ਹੋ, ਪਰ ਮਨ ਦੀ ਮੈਲ ਨੂੰ ਧੋਣ ਦੇ ਲਈ ਨਾਮ ਦਾ ਜਪਣਾ ਜ਼ਰੂਰੀ ਹੈ। ਉਸੇ ਤਰੀਕੇ ਦੇ ਨਾਲ ਸੂਫੀ ਮਤ ਵੀ ਜਿਹੜਾ ਹੈਗਾ ਉਹ ਮਨ ਦੀ ਪਵਿੱਤਰਤਾ ਦੇ ਉੱਤੇ ਜ਼ੋਰ ਦਿੰਦਾ ਹੈ। ਤੀਸਰਾ ਹੈ ਕਿ ਜਿਹੜਾ ਇੱਕ ਭਗਤੀ ਮਤ ਦੇ ਵਿੱਚ ਵੀ ਅਸੀਂ ਦੇਖਿਆ ਹੈਗਾ, ਬੇਟਾ ਆ ਵੀਡੀਓਜ਼ ਔਨ ਕਰ ਲੈਣਾ ਬੇਟਾ, ਅਤੇ ਉਹ ਹੈਗਾ ਬੇਟਾ ਗੁਰੂ ਦਾ ਮਹੱਤਵ, ਜਿਹੜਾ ਕਿ ਕਈ ਥਾਵਾਂ ਦੇ ਉੱਤੇ ਸਾਨੂੰ ਨਜ਼ਰ ਨਹੀਂ ਆਉਂਦਾ, ਕਈ ਮਤਾਂ 'ਚ ਨਜ਼ਰ ਨਹੀਂ ਆਉਂਦਾ, ਲੇਕਿਨ ਕੁਝ ਦੇ ਵਿੱਚ ਜਿਹੜਾ ਹੈਗਾ ਗੁਰੂ ਦੇ ਮਹੱਤਵ ਦੇ ਉੱਤੇ ਜ਼ੋਰ ਦਿੱਤਾ ਜਾਂਦਾ। ਖਾਸ ਤੌਰ ਦੇ ਉੱਤੇ ਜਦੋਂ ਭਗਤੀ ਮੂਵਮੈਂਟ ਚੱਲਦੀ ਹੈ ਤਾਂ ਉਸ ਤੋਂ ਬਾਅਦ ਜਿੰਨੇ ਵਿਚਾਰਧਾਰਾਵਾਂ ਚੱਲਦੀਆਂ ਉਹਦੇ ਉੱਤੇ ਗੁਰੂ ਦਾ ਜਿਹੜਾ ਹੈਗਾ ਹੋਣਾ ਜ਼ਰੂਰੀ ਸਮਝਿਆ ਜਾਂਦਾ ਹੈ। ਤਾਂ ਉਰੇ ਗੁਰੂ ਤੋਂ ਭਾਵ ਕੀ ਹੈ? ਜਿਵੇਂ ਕਬੀਰ ਦਾ ਦੋਹਾ ਹੈ, ਗੁਰੂ ਗੋਬਿੰਦ ਦੋਇ ਖੜੇ ਕਾਕੇ ਲਾਗੋਂ ਪਾਏ, ਗੁਰੂ ਬਲਿਹਾਰੀ ਆਪਣੇ ਜੋ ਗੋਬਿੰਦ ਦਿਓ ਮਿਲਾਏ। ਤੇ ਯਾਨੀ ਈਸ਼ਵਰ ਦੇ ਰਾਹ ਦੇ ਉੱਤੇ ਚੱਲਣ ਦੇ ਲਈ, ਉਸ ਸੱਚੇ ਈਸ਼ਵਰ ਨੂੰ ਸੱਚੇ ਮਨ ਦੇ ਨਾਲ ਪ੍ਰਾਪਤ ਕਰਨ ਦੇ ਲਈ ਇੱਕ ਗੁਰੂ ਦੀ ਲੋੜ ਹੈ, ਜੋ ਉਸ ਰਾਹ ਨੂੰ ਸਾਨੂੰ ਸਮਝਾ ਸਕੇ, ਜੋ ਉਸ ਰਾਹ ਦੇ ਉੱਤੇ ਸਾਨੂੰ ਚੱਲਣ ਦਾ
ਤਰੀਕਾ ਦੱਸ ਸਕੇ, ਸਾਨੂੰ ਗਾਈਡ ਕਰ ਸਕੇ ਔਰ ਆਪਣੇ ਮਨ 'ਤੇ ਅਸੀਂ ਕਾਬੂ ਕਿੱਦਾਂ ਰੱਖ ਕੇ ਚੱਲਣਾ ਹੈਗਾ, ਇਸ ਗੱਲ ਨੂੰ ਸਾਨੂੰ ਸਮਝਾ ਸਕੇ। ਇਸ ਲਈ ਉਹ ਕਹਿੰਦੇ ਆ ਕਿ ਇੱਕ ਗੁਰੂ ਦਾ ਮਹੱਤਵ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਹੈ। ਔਰ ਕਈ ਥਾਵਾਂ ਦੇ ਉੱਤੇ ਆ ਕੇ ਤਾਂ ਗੱਲ ਇੱਥੋਂ ਤੱਕ ਵੀ ਚਲੀ ਜਾਂਦੀ ਹੈ ਕਿ ਬਹੁਤ ਸਾਰੇ ਮਤਾਂ ਦੇ ਵਿੱਚ ਇਹ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਜੇ ਤੁਹਾਡਾ ਗੁਰੂ ਨਹੀਂ ਤਾਂ ਸਮਝ ਲਓ ਤੁਹਾਡੀ ਜ਼ਿੰਦਗੀ ਵਿਅਰਥ ਹੈ, ਇਹ ਵੀ ਨਾਲ ਆ ਜਾਂਦੀ ਹੈ ਗੱਲ। ਇਹ ਪਰ ਇਹ ਸਮੇਂ ਸਮੇਂ ਦੇ ਅਨੁਸਾਰ ਇਹ ਜਿਹੜੇ ਮਤ ਨੇ, ਵਿਚਾਰਧਾਰਾਵਾਂ ਨੇ, ਉਹਨਾਂ 'ਚ ਤਬਦੀਲੀ ਵੀ ਅਸੀਂ ਦੇਖਣ ਨੂੰ ਮਿਲਦੀ ਹੈਗੀ। ਉਸ ਤੋਂ ਬਾਅਦ ਚੌਥਾ ਬੇਟਾ ਪੁਆਇੰਟ ਆ ਜਾਂਦਾ ਹੈ ਕਿ ਆਪਣੇ ਹੰਕਾਰ ਨੂੰ ਮਾਰਨਾ। ਇਹ ਆਲਮੋਸਟ ਇੱਕ ਯੂਨੀਵਰਸਲ ਫਿਲੋਸਫੀ ਹੈ ਕਿ ਜਦ ਤੱਕ ਮੈਂ ਜਿੰਦਾ ਹੈਗੀ ਆ ਤਦ ਤੱਕ ਤੁਸੀਂ ਈਸ਼ਵਰ ਨੂੰ ਪ੍ਰਾਪਤ ਨਹੀਂ ਕਰ ਸਕਦੇ। ਜਦੋਂ ਤੁਸੀਂ ਆਪਣੀ ਮੈਂ ਨੂੰ ਖਤਮ ਕਰ ਲੈਂਦੇ ਹੋ ਤਾਂ ਫਿਰ ਤੁਹਾਨੂੰ ਯੂਨੀਵਰਸੈਲਿਟੀ ਜਿਹੜੀ ਹੈਗੀ ਬੇਟਾ ਉਹ ਦਿਖਾਈ ਦਿੰਦੀ ਹੈਗੀ। ਜਿਵੇਂ ਸਪੋਜ਼ ਕਰ ਲਓ, ਇਹਨੂੰ ਅਸੀਂ ਇੱਕ ਦੂਜੇ ਢੰਗ ਦੇ ਨਾਲ ਵੀ ਕਹਿ ਦਿੰਦੇ ਹਾਂ ਵੀ ਇਹਨੂੰ ਸਮਝਣਾ ਹੋਵੇ ਇੱਕ ਸਿੰਪਲ ਸ਼ਾਬਦਿਕ ਅਰਥਾਂ ਦੇ ਵਿੱਚ ਅਸੀਂ ਕਿੱਦਾਂ ਸਮਝ ਸਕਦੇ ਹਾਂ ਕਿ ਮੰਨ ਲਓ ਜਿਹੜੀ ਮਿੱਟੀ ਹੈ, ਕੋਈ ਵੀ ਛੋਟਾ ਜਿਹਾ ਕੋਈ ਚੀਜ਼ ਹੈ ਸਾਡੇ ਚਿਹਰੇ 'ਤੇ ਲੱਗੀ ਹੋਈ ਹੈ ਔਰ ਅਸੀਂ ਆਪਣਾ ਚਿਹਰਾ ਸ਼ੀਸ਼ੇ ਦੇ ਵਿੱਚ ਦੇਖ ਰਹੇ ਹਾਂ ਅਤੇ ਜਦੋਂ ਸ਼ੀਸ਼ੇ 'ਚ ਦੇਖ ਰਹੇ ਹਾਂ ਤਾਂ ਸਾਨੂੰ ਉਹ ਮਿੱਟੀ ਆਪਣੇ ਚਿਹਰੇ ਦੇ ਉੱਤੇ ਲੱਗੀ ਦਿਖਾਈ ਦੇ ਰਹੀ ਹੈ। ਪਰ ਸਾਡਾ ਜਿਹੜਾ ਹੰਕਾਰ ਹੈਗਾ ਉਹ ਸਾਨੂੰ ਆਪਣੇ ਚਿਹਰੇ 'ਤੇ ਮਿੱਟੀ ਦੇਖਣ ਨਹੀਂ ਦਿੰਦਾ। ਉਹ ਇਹ ਭੁਲੇਖਾ ਪਾਈ ਰੱਖਦਾ ਕਿ ਇਹ ਮਿੱਟੀ ਸ਼ੀਸ਼ੇ 'ਤੇ ਲੱਗੀ ਹੈ ਅਤੇ ਅਸੀਂ ਸ਼ੀਸ਼ਾ ਸਾਫ਼ ਕਰਦੇ ਹਾਂ ਕਈ ਵਾਰੀ ਭੁਲੇਖੇ 'ਚ। ਸਾਨੂੰ ਇਹ ਨਜ਼ਰ ਨਹੀਂ ਆਉਂਦਾ ਕਿ ਮਿੱਟੀ ਮੇਰੇ 'ਤੇ ਹੈ ਜਾਂ ਚਿਹਰੇ 'ਤੇ ਹੈ। ਤਾਂ ਜਿਹੜਾ ਹੰਕਾਰ ਹੈ ਉਹ ਸਾਡੀਆਂ ਅੱਖਾਂ 'ਤੇ ਇੱਕ ਪਰਦਾ ਪਾ ਕੇ ਰੱਖਦਾ ਹੈ ਅਤੇ ਜਿੱਦਾਂ ਹੀ ਤੁਸੀਂ ਉਹ ਪਰਦਾ ਚੱਕਦੇ ਹੋ ਤਾਂ ਤੁਹਾਨੂੰ ਸਾਰੀ ਅੰਦਰਲੀ ਜਿਹੜੀ ਸਥਿਤੀ ਹੈਗੀ ਹੈ ਉਹ ਨਜ਼ਰ ਆਉਣ ਲੱਗ ਜਾਂਦੀ ਹੈ ਅਤੇ ਫਿਰ ਉਹ ਵਿਅਕਤੀ ਨੂੰ ਸਪਸ਼ਟ ਹੋ ਜਾਂਦਾ ਹੈ ਕਿ ਸੱਚੇ ਈਸ਼ਵਰ ਨੂੰ ਪ੍ਰਾਪਤ ਕਿਸ ਢੰਗ ਦੇ ਨਾਲ ਕੀਤਾ ਜਾ ਸਕਦਾ ਹੈ। ਤਾਂ ਹੰਕਾਰ ਨੂੰ ਮਾਰਨਾ, ਮੈਂ ਨੂੰ ਮਾਰਨਾ। ਮੈਂ ਨੂੰ ਮਾਰਨ ਦਾ ਮਤਲਬ ਕੀ ਹੈ ਕਿ ਆਪਣੀ ਮਾਨਸਿਕ ਅਵਸਥਾ ਦੇ ਵਿੱਚ ਆਪਣੀ ਮੈਂ ਨੂੰ ਖਤਮ ਕਰ ਦੇਣਾ ਕਿ ਮੈਂ ਹੀ ਸਭ ਕੁਝ ਕਰਨ ਵਾਲਾ। ਔਰ ਭਗਤੀ ਮੂਵਮੈਂਟ ਦੇ ਵਿੱਚ ਵੀ ਇਹ ਗੱਲ ਬੜੀ ਇੰਪੋਰਟੈਂਟ ਹੈ, ਹਾਲਾਂਕਿ ਸਾਰੀਆਂ ਥਾਵਾਂ 'ਤੇ ਬੜੀ ਇੰਪੋਰਟੈਂਟ ਰਹੀ ਹੈ। ਈਵਨ ਤੁਸੀਂ ਕਰਮ ਦੇ ਸਿਧਾਂਤ ਦੇ ਵਿੱਚ ਵੀ ਦੇਖੋ, ਉਹਨਾਂ ਨੇ ਵੀ ਇਸ ਹਉਮੈ ਨੂੰ ਮਾਰਨ ਦੀ ਗੱਲ ਕੀਤੀ ਹੈ। ਇਹ ਨਹੀਂ ਕਿਹਾ ਕਿ ਮੈਂ ਕਰ ਰਿਹਾ। ਉਹ ਕੀ ਕਹਿੰਦੇ ਆ ਕਿ ਕਰਮ ਤੂੰ ਕਰਨਾ ਪਰ ਫਲ ਦੀ ਇੱਛਾ ਨਹੀਂ ਰੱਖਣੀ, ਯਾਨੀ ਫਲ ਤੇਰੇ ਹੱਥ ਦੇ ਵਿੱਚ ਨਹੀਂ ਹੈ। ਉੱਦਾਂ ਹੀ ਭਗਤੀ ਮੂਵਮੈਂਟ ਜਿਹੜੀ ਉਹਨੂੰ ਇੱਕ ਡਿਫਰੈਂਟ ਵੇ ਨਾਲ ਕਰਦੇ ਕਿਉਂਕਿ ਉਹਦੇ ਇਮੋਸ਼ਨਸ ਹੁੰਦੀਆਂ ਨੇ। ਉਹ ਕਹਿੰਦੇ ਨੇ ਕਿ ਤੁਸੀਂ ਮੈਂ ਨਹੀਂ ਰੱਖਣੇ, ਯਾਨੀ ਜਿਵੇਂ ਕੀ ਕਹਿੰਦੇ ਆ ਕਿ ਕਰਨ ਕਰਾਵੇ ਆਪੋ ਆਪ, ਵੀ ਤੇਰੇ ਹੱਥ 'ਚ ਕੁਛ ਨਹੀਂ ਹੈ ਅਤੇ ਨਾ ਹੀ ਤੂੰ ਇਹ ਸੋਚਣਾ ਹੈ ਵੀ ਤੁਰੇ ਕੀ ਹੈ। ਆਪਣੇ ਵੱਲੋਂ ਸੱਚੇ ਮਨ ਨਾਲ ਈਸ਼ਵਰ ਨੂੰ ਸਾਖੀ ਰੱਖਦੇ ਹੋਏ ਆਪਣੇ ਕਰਮ ਨੂੰ ਕਰਦੇ ਰਹਿਣਾ ਔਰ ਉਸੇ ਨੂੰ ਸਮਰਪਿਤ ਕਰ ਦੇਣਾ, ਉਸੇ ਨੂੰ ਹੀ ਮਾਲਿਕ ਸਮਝ ਲੈਣਾ। ਇਹ ਹਉਮੈ ਦਾ ਨਾਸ਼ ਹੈ। ਔਰ ਟਾਰਗੇਟ ਕੀ ਹੈ, ਲਕਸ਼ਯ ਕੀ ਹੈ, ਟੀਚਾ ਕੀ ਹੈ? ਈਸ਼ਵਰ ਦੀ ਪ੍ਰਾਪਤੀ, ਅੱਲਾ ਦੀ ਪ੍ਰਾਪਤੀ, ਉਸ ਸੱਚੇ ਦੀ ਪ੍ਰਾਪਤੀ ਜਿਹਦੇ ਵਿੱਚ ਹੀ ਸਿਰਫ ਸੱਚ ਹੈ ਅਤੇ ਬਾਕੀ ਸਾਰੀ ਮਾਇਆ ਹੈ। ਉਸ ਮਾਇਆਵੀ ਜਾਲ ਤੋਂ ਅਲੱਗ ਹੋ ਜਾਣਾ, ਉਸ ਤੋਂ ਦੂਰ ਹੋ ਜਾਣਾ। ਔਰ ਉਸ ਦੇ ਲਈ ਚਾਹੀਦਾ ਕੀ ਹੈ? ਪਿਆਰ ਅਤੇ ਨਿਮਰਤਾ। ਪਿਆਰ ਦਾ ਮਤਲਬ, ਕਿਉਂਕਿ ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਸਾਰਾ ਕੁਝ ਹੀ ਈਸ਼ਵਰ ਹੈ, ਜਿਵੇਂ ਬੇਟਾ ਮੰਨ ਲਓ ਸਪੋਜ਼ ਕਰ ਲਓ ਤੁਹਾਡੇ ਕੋਲੇ 5 ਕੱਪੜੇ ਨੇ ਤਾਂ ਤੁਹਾਨੂੰ ਉਹ 5 ਕੱਪੜੇ ਪਿਆਰੇ ਨੇ। ਜਾਂ ਮੰਨ ਲਓ ਕਿਸੇ ਮਾਂ ਦੇ 4 ਬੱਚੇ ਨੇ ਤਾਂ ਉਹਦੇ ਲਈ ਚਾਰੋਂ ਬੱਚੇ ਪਿਆਰੇ ਨੇ। ਕਦੇ ਉਹ ਮਾਂ ਇਹ ਕਹਿੰਦੀ ਹੈ ਵੀ ਨਹੀਂ ਇਹ ਬੱਚੇ ਨੂੰ ਤਕਲੀਫ ਹੋ ਜੇ ਤੇ ਇਹਨੂੰ ਨਾ ਹੋਵੇ, ਉਹਦੇ ਲਈ ਸਾਰੇ ਪਿਆਰੇ ਨੇ। ਪਰ ਜਦੋਂ ਇੱਕ ਬੱਚੇ ਨੂੰ ਵੀ ਇਹ ਅਹਿਸਾਸ ਹੋ ਜਾਂਦਾ ਹੈ ਕਿ ਇਹ ਮੇਰੇ ਜਿਹੜੇ ਬਾਕੀ ਦੇ ਨੇ ਇਹ ਮੇਰੀ ਹੀ ਮਾਂ ਦੇ ਬੱਚੇ ਨੇ, ਮੇਰੇ ਹੀ ਭਰਾ ਭੈਣ ਨੇ, ਤਾਂ ਫਿਰ ਬੇਟਾ ਦੇਖੋ ਤੁਸੀਂ ਉਹਨਾਂ ਭਰਾ ਭੈਣਾਂ ਲਈ ਵੀ ਅਸੀਂ ਲੜਨ ਨੂੰ ਮਰਨ ਨੂੰ ਤਿਆਰ ਹੋ ਜਾਂਦੇ ਹਾਂ ਕਿ ਨਹੀਂ। ਹੁਣ ਇਸੇ ਫੀਲਿੰਗ ਨੂੰ ਅਗਰ ਤੁਸੀਂ ਵੱਡਾ ਕਰ ਲਓ ਕਿ ਇਸ ਪੂਰੀ ਸ੍ਰਿਸ਼ਟੀ ਦੇ ਜੀਵ ਜੰਤੂ, ਇਨਸਾਨ, ਪੇੜ ਪੌਦੇ ਮੇਰੇ ਉਸੇ ਹੀ ਇੱਕ ਪਰਮ ਪਿਤਾ ਪਰਮੇਸ਼ਵਰ ਦੀ ਔਲਾਦ ਨੇ, ਤਾਂ ਫਿਰ ਤੁਸੀਂ ਕਿਸੇ ਨੂੰ ਵੀ ਤਕਲੀਫ ਨਹੀਂ ਪਹੁੰਚਾਓਗੇ, ਸਾਰਿਆਂ ਨਾਲ ਹੀ ਪਿਆਰ ਕਰੋਗੇ, ਸਾਰਿਆਂ ਨਾਲ ਹੀ ਪਿਆਰ ਨਾਲ ਜੀਵਨ ਬਤੀਤ ਕਰਨ ਦੀ ਕੋਸ਼ਿਸ਼ ਕਰੋਗੇ, ਕਿਉਂਕਿ ਤੁਸੀਂ ਇਸ ਫੀਲਿੰਗ ਨੂੰ ਅੰਦਰ ਸਮਝ ਲਿਆ। ਜਿੱਦਾਂ ਇੱਕ ਆਪਣੇ ਭਰਾ ਭੈਣਾਂ ਦੇ ਪ੍ਰਤੀ, ਸਕੇ ਭਰਾ ਭੈਣਾਂ ਦੇ ਪ੍ਰਤੀ ਸਾਡੀ ਫੀਲਿੰਗ ਸ਼ੁਰੂ 'ਚ ਡਿਵੈਲਪ ਹੁੰਦੀ ਹੈ, ਬਾਅਦ 'ਚ ਹਾਲਾਂਕਿ ਕਈ ਵਾਰੀ ਇਸ ਮਾਇਆ 'ਚ ਆ ਕੇ ਪ੍ਰੋਪਰਟੀਆਂ ਨੂੰ ਲੈ ਕੇ, ਘਰੇਲੂ ਝਗੜਿਆਂ ਨੂੰ ਲੈ ਕੇ ਬਥੇਰੀਆਂ ਚੀਜ਼ਾਂ ਵੀ ਹੁੰਦੀਆਂ ਨੇ, ਉਹ ਇੱਕ ਲੇਟਰ ਸਟੇਜ ਹੈ। ਲੇਕਿਨ ਇਹ ਫੀਲਿੰਗ ਬਚਪਨ ਦੇ ਵਿੱਚ ਤੁਸੀਂ ਖਾਸ ਤੌਰ ਦੇ ਉੱਤੇ ਦੇਖਦੇ ਹੋ ਜਦੋਂ ਮਾਇਆਵੀ ਚੀਜ਼ਾਂ ਸਾਡੇ ਉੱਤੇ ਹਾਵੀ ਨਹੀਂ ਹੁੰਦੀਆਂ। ਕੋਈ ਤੁਹਾਡੇ ਭਰਾ ਭੈਣ ਨੂੰ ਕੋਈ ਉਂਗਲ ਵੀ ਕਰਦੇ ਤਾਂ ਤੁਸੀਂ ਉਹਨੂੰ ਕੁੱਟਣ ਨੂੰ ਜਾਂਦੇ, ਦੌੜਨ ਨੂੰ ਜਾਂਦੇ। ਈਵਨ ਜੇ ਮਾਂ ਪਿਓ ਵੀ ਗੁੱਸਾ ਕਰਨ ਤੇ ਤਾਂ ਵੀ ਉਹਨੂੰ ਬਚਾਉਣ ਨੂੰ ਜਾਂਦੇ, ਨਹੀਂ ਇਹਨੇ ਕੁਛ ਨਹੀਂ ਕੀਤਾ, ਇਹਨੇ ਕੁਛ ਨਹੀਂ ਕੀਤਾ। ਸੋ ਦੈਟ ਫੀਲਿੰਗ ਆਫ ਵਨਨੈਸ ਕਿ ਇਹਦੇ ਤੇ ਮੇਰੇ 'ਚ ਫਰਕ ਨਹੀਂ ਹੈ,
ਉਹ ਫੀਲਿੰਗ ਆਫ ਵਨਨੈਸ ਅਗਰ ਸਾਡੀ ਸ੍ਰਿਸ਼ਟੀ 'ਚ ਫੈਲ ਜਾਏ ਤਾਂ ਤੁਸੀਂ ਈਸ਼ਵਰ ਹੀ ਦਾ ਰੂਪ ਹੀ ਬਣ ਜਾਂਦੇ ਹੋ ਔਰ ਈਸ਼ਵਰ ਨੂੰ ਹੀ ਪ੍ਰਾਪਤ ਕਰ ਲੈਂਦੇ ਹੋ। ਔਰ ਨਿਮਰਤਾ ਦੇ ਲਈ ਬੜਾ ਜ਼ਰੂਰੀ ਹੈ। ਹੁਣ ਇੱਥੇ ਇੱਕ ਗੱਲ ਬੇਟਾ ਹੋਰ ਧਿਆਨ 'ਚ ਰੱਖਣੀ, ਇਹ ਨਿਮਰਤਾ, ਇਹ ਸਾਦਗੀ, ਇਹ ਪਿਆਰ, ਇਹ ਜਿਹੜੀ ਹੈਗੀ ਹੈ ਸਾਰਿਆਂ ਨੂੰ ਇੱਕ ਸਮਝਣਾ, ਇਹ ਸਰੀਰਕ ਤੌਰ 'ਤੇ ਵੀ ਜ਼ਰੂਰੀ ਹੈ, ਮਾਨਸਿਕ ਤੌਰ 'ਤੇ ਵੀ ਜ਼ਰੂਰੀ ਹੈ, ਔਰ ਤੀਜੀ ਗੱਲ ਹੈ ਬੇਟਾ ਅਧਿਆਤਮਿਕ ਜਾਨੀ ਆਤਮਿਕ ਤੌਰ 'ਤੇ ਵੀ ਜ਼ਰੂਰੀ ਹੈ। ਸਰੀਰਕ ਦਾ ਮਤਲਬ ਆਉਂਦਾ ਭੌਤਿਕ ਤੇ ਵੀ ਅਸੀਂ ਉਹਦੇ 'ਚ ਫਰਕ ਨਹੀਂ ਕਰਨਾ। ਮਾਨਸਿਕ ਆਉਂਦਾ ਕਿ ਆਪਣੇ ਮਾਈਂਡ ਦੇ ਵਿੱਚ ਫੀਲਿੰਗ ਲੈ ਕੇ ਨਹੀਂ ਆਣੀ। ਔਰ ਆਤਮਿਕ ਹੁੰਦਾ ਕਿ ਸਾਡੇ ਵਿਵਹਾਰ ਦੇ ਵਿੱਚ ਵੀ, ਵਿਵਹਾਰ ਦਾ ਮਤਲਬ ਦੋ ਹੈ ਬੇਟਾ, ਜਾਣੇ और अनजाने। तो जाने भी और अनजाने भी ये फीलिंग नहीं आनी चाहिए, अनजान रूप च भी नहीं आनी चाहिए। ताकि वो क्यों कदों नहीं आएगी, जदों वो साडे अपने जानी कह दो रूह का हिस्सा, आत्मा का हिस्सा बन, ये विचार बन जाएगा, साडी आत्मा बोलन लग जाएगी, तो फिर ये फीलिंग अपने आप ही डिवेलप हो जाती है। और चंगे कर्मां ते जोर देना, भाईचारे की भावना रखना, सच्ची लगन दे नाल ईश्वर नूं याद करना, ये सारियां चीज़ां कॉमन ने जिहड़ियां असीं बाकियां दे विच भी देखियां ने। ते उस तो बाद एक जिहड़ी चीज़ मैं बार बार कहा है कि सूफी मत और भगती मूवमेंट च सानूं दिखाई दिंदी है, जिहड़ियां कई वारी ऑर्थोडॉक्स रिलीजन दे विच नहीं हुंदी, वो है संगीत उत्ते जोर, गान उत्ते जोर। यानी संगीत गान नूं मतलब है कि अपने आप नूं भुल जाना और उस ईश्वर दे विच रच जाना और उस ईश्वर नूं खुश करन दी कोशिश करना, अपने आप नूं बिल्कुल छड्ड दे। तो ये बेटा सूफी मत दे जिहड़े प्रमुख सिद्धांत सीगे, नैतिकता उत्ते भी उन्होंने बड़ा जोर दिता कि बुरियां चीज़ां दा सानूं त्याग करके गरीबां दी मदद वाला जीवन बतीत करना चाहिए है। उस तो बाद बेटा असीं देखते हैं कि जिहड़े सूफी ने उन्हां दे 4 सिलसिले स्थापित होए। ठीक है, नंबर 1 आईने अकबरी विच इन्हां सिलसिलिਆਂ ਦਾ भी जिक्र किया जाता है, यानी ये सिलसिले 15वीं 16वीं सदी तक स्थापित हो चुके सन। उन्हां विचों जिहड़े कुछ प्रसिद्ध सिलसिले है असीं उन्हां दा जिक्र करना है। उन्हां विच एक है चिश्ती सिलसिला, जिहड़ां दी संस्थापक जिहड़े सीगे म्यूनुद्दीन चिश्ती सीगे। 1190 विचों लाहौर आए और उत्थे उन्होंने इसनूं एजुकेशनल टाउन बनाया और आप कह सकते हो कि उस तो बाद उन्होंने हजनी ने दाता अल्लाह बख्श, दाता गंज बख्श के मकबरे में ध्यान अवस्था में लगाया और ये चिश्ती सिलसिला जिहड़ा सीगा वो बाद दे विच बड़ा प्रसिद्ध होया। और ख्वाजा साहब दुनियावी मोह माया के बंधन तो मुक्त होके रब नूं पाना चाहते सीगे और 1234 दे विच उन्हां दी डैथ हो जाती है। उस तो बाद उन्हां दे चेलियां दे राहीं उन्हां दा प्रचार जिहड़ा सीगा बेटा वो लगातार चलदा रहा और उन्हां दी जिहड़ी समाध हैगी है वो अजमेर च, जिसनूं अजमेर शरीफ किया जाता है और हजे भी बहुत सारे लोग उत्थे मत्था टेकन दे लई या शरधा दे लई जांदे ने। ठीक है, और इस संप्रदाय के लोग 40 दिनों तक किसी या मस्जिद या कमरे विच एकांत दे विच रहिंदे ने, यानी एक रूल उन्होंने बनाया होया इस तरीके दे नाल। और धार्मिक त्योहारां समेत संगीत भी करते हैं जो बाकी थावां ते भी है। और अजमेर तो इलावा पाकपटन, दिल्ली, अंबाला, डेरा गाजी खां, इन्हां थावां ते भी इन्हां दे जिहड़े डेरे ने वो शाखावां ने वो बणीआं होईआं ने। उस तो बाद आए दूसरे जिहड़े सीगे वो सीगे ख्वाजा बख्तियार काकी, वो भी एक बड़े प्रसिद्ध सूफी कवि सीगे। उन्हां दा जन्म 13वीं सदी दे विच होया और वो सैयद वंश दे नाल संबंध रखते सन। और तुसीं बेटा याद होना कि जदों असीं दिल्ली सल्तनत पढ़ते हैं तो 1400 और 15वीं सदी के अंदर तो सैयद डायनेस्टी का शासन काल भी असी पढ़ते हैं। खिलजी वंश तो बाद सॉरी तुगलक वंश तो बाद सैयद वंश का राज भारत के विच आंदा हैगा, उत्तरी भारत के विच। जिहड़ा अल्तमश हैगा वो जिहड़ा सीगा उसने सूफी संतां दे विच बड़ी श्रद्धा रखदा सीगा। अल्तमश ने काकी नूं दिल्ली रहन दी, जिहड़े ख्वाजा कुतुबुद्दीन बख्तियार काकी सीगे उन्हां नूं दिल्ली जिहड़ा हैगा उसने सद्दिया। 13वीं सदी च ही अल्तमश दा राज असीं सारिਆਂ ने पढ़िया हैगा। तुहानूं पता है तुसीं कुतुबुद्दीन ऐबक तो बाद अल्तमश दा राज असीं पढ़दे हैगे। ठीक है, और बड़े सुतंत्र सुभाਅ दे सन। ते अल्तमश ने मौलाना जमालुद्दीन मुहम्मद वस्तानी की मौत तो बाद शेख उल इस्लाम की उच्च उपाधि काकी जी नूं देण दी बेनती की, बट काकी जी ने इस गद्दी नूं जिहड़ा हैगा स्वीकार नहीं किया और उन्हां दे मना करन ते यह गद्दी निकासुद्दीन सुराहा नूं जिहड़ी है सौंपी गई
ਔਰ ਨਿਵਾਜ਼ੁਦੀਨ ਖਵਾਜਾ ਕਾਕੀ ਦੇ ਨਾਲ ਉਹ ਜਿਹੜਾ ਨਫ਼ਰਤ ਕਰਦਾ ਸੀਗਾ। ਅਲਤਮਸ਼ ਖਵਾਜਾ ਕਾਕੀ ਦਾ ਸਨਮਾਨ ਕਰਦਾ ਸੀ। ਖਵਾਜਾ ਕਾਕੀ ਦਿੱਲੀ ਛੱਡ ਕੇ ਉਹਨਾਂ ਨੇ ਅਜਮੇਰ ਜਾਣ ਦਾ ਫੈਸਲਾ ਕੀਤਾ, ਪਰ ਲੋਕਾਂ ਨੇ ਉਹਨਾਂ ਨੂੰ ਰੋਕ ਲਿਆ ਤੇ ਅਲਤਮਸ਼ ਨੇ ਆਪ ਜਾ ਕੇ ਮਿਊਨੁਦੀਨ ਚਿਸ਼ਤੀ ਨੂੰ ਪ੍ਰਾਰਥਨਾ ਕੀਤੀ ਕਿ ਉਹ ਆਪਣੇ ਚੇਲੇ ਖਵਾਜਾ ਕਾਕੀ ਨੂੰ ਆਪਣੇ ਨਾਲ ਨਾ ਲੈ ਕੇ ਜਾਣ। ਇਸ ਕਰਕੇ ਖਵਾਜਾ ਕਾਕੀ ਅਲਟੀਮੇਟਲੀ ਦਿੱਲੀ ਦੇ ਵਿੱਚ ਹੀ ਠਹਿਰ ਗਏ ਔਰ ਉੱਥੇ 1235-36 ਦੇ ਕਰੀਬ ਜਦੋਂ 1236 'ਚ ਅਲਤਮਸ਼ ਦੀ ਡੈਥ ਹੁੰਦੀ ਹੈ, ਉਦੋਂ ਹੀ ਕਹਿੰਦੇ ਕਿ ਉਹਨਾਂ ਨੇ ਵੀ ਆਪਣਾ ਸਰੀਰ ਛੱਡਿਆ। ਤੀਸਰੇ ਸੰਤ ਜਿਹੜੇ ਇਸ ਸੰਪਰਦਾਇ ਨਾਲ ਸੰਬੰਧਿਤ ਨੇ, ਉਹਨਾਂ ਦਾ ਨਾਮ ਤੁਸੀਂ ਬਹੁਤ ਸੁਣਿਆ ਹੋਇਆ ਔਰ ਪੰਜਾਬ ਦੇ ਵਿੱਚ ਬੜਾ ਫੇਮਸ ਹੈ, ਫਰੀਦਕੋਟ ਦੇ ਵਿੱਚ ਬੜਾ ਫੇਮਸ ਹੈ, ਜਿਨ੍ਹਾਂ ਨੂੰ ਅਸੀਂ ਬਾਬਾ ਫਰੀਦ ਕਹਿੰਦੇ ਹਾਂ। ਪੂਰਾ ਨਾਮ ਹੈ ਖਵਾਜਾ ਫਰੀਦੁਦੀਨ ਸ਼ਕਰ। ਸ਼ਕਰ ਜਿਹੜੀ ਹੈਗੀ ਆ ਉਹ ਬਾਅਦ ਦੇ ਵਿੱਚ ਨਾਮ ਲੱਗਿਆ, ਉਸ ਦਾ ਜ਼ਿਕਰ ਅਸੀਂ ਬਾਅਦ ਦੇ ਵਿੱਚ ਕਰਾਂਗੇ ਕਿ ਸ਼ਕਰ ਉਹਨਾਂ ਦੇ ਨਾਂ ਦੇ ਨਾਲ ਕਿੱਦਾਂ ਪਿਆ। ਬੜੇ ਪ੍ਰਸਿੱਧ ਸੂਫੀ ਜਿਹੜੇ ਆ ਫਕੀਰ ਹੋਏ ਔਰ ਉਹਨਾਂ ਦਾ ਜਨਮ ਜਿਹੜਾ ਹੈਗਾ 1173 ਈਸਵੀ ਦੇ ਵਿੱਚ ਬੇਟਾ ਹੋਇਆ ਔਰ ਉਹ ਸ਼ੁਰੂ ਦੇ ਵਿੱਚ ਮੁਲਤਾਨ ਚਲੇ ਗਏ, ਉੱਥੇ ਹੀ ਕੁਝ ਸਾਲ ਪੜ੍ਹਦੇ ਰਹੇ। ਉਸ ਤੋਂ ਬਾਅਦ ਉਹ ਦਿੱਲੀ ਚਲੇ ਗਏ, ਫਿਰ ਉਸ ਤੋਂ ਬਾਅਦ ਹਾਂਸੀ ਹਿਸਾਰ ਦੇ ਵਿੱਚ ਉਹਨਾਂ ਨੇ ਤਪੱਸਿਆ ਕੀਤੀ ਔਰ ਸਤਲੁਜ ਦੇ ਕੰਢੇ ਪਾਕਪਟਨ 'ਤੇ ਆ ਕੇ ਰਹਿਣਾ ਸ਼ੁਰੂ ਕੀਤਾ ਔਰ ਉੱਥੇ ਹੀ ਉਸਨਾਂ ਨੇ ਗਰਾਗੀ ਰੂਪ ਜਿਹੜਾ ਸੀਗਾ ਉਹਨਾਂ ਨੇ ਆਇਆ ਔਰ ਉਹਨਾਂ ਦੇ ਇਸ ਰੂਪ ਨੂੰ ਖਵਾਜਾ ਬਖਤਿਆਰ ਕਾਕੀ ਨੇ ਦੇਖਿਆ ਤੇ ਇਸ ਕਰਕੇ ਉਹਨਾਂ ਨੇ ਆਪਣੀ ਗੱਦੀ ਬਾਬਾ ਫਰੀਦ ਨੂੰ ਜਿਹੜੀ ਹੈ ਸੌਂਪ ਦਿੱਤੀ। ਸ਼ੇਖ ਫਰੀਦ ਉੱਚੀ ਕਰਨੀ ਵਾਲੇ ਫਕੀਰ ਸੀਗੇ, ਬੜਾ ਸਾਦਾ ਜੀਵਨ ਬਤੀਤ ਕਰਦੇ ਸੀਗੇ ਔਰ ਉਹਨਾਂ ਦਾ ਸੁਭਾਅ ਇੰਨਾ ਮਿੱਠਾ ਤੇ ਮਨੋਹਰ ਸੀ ਤੇ ਕਹਿੰਦੇ ਸੀ ਵੀ ਉਹਨਾਂ ਦੇ ਮੁਖ 'ਚੋਂ ਸ਼ੱਕਰ ਨਿਕਲਦੀ ਹੈ, ਇਸ ਕਰਕੇ ਉਹਨਾਂ ਦਾ ਨਾਂ ਹੀ ਸ਼ੱਕਰਗੰਜ ਪੈ ਗਿਆ। ਤੇ ਇਸ ਕਰਕੇ ਅਸੀਂ ਉਹਨਾਂ ਦਾ ਨਾਮ ਖਵਾਜਾ ਫਰੀਦੁਦੀਨ ਸ਼ੱਕਰ ਦੇ ਨਾਂ ਦੇ ਨਾਲ ਅਸੀਂ ਉਹਨਾਂ ਨੂੰ ਜਾਣਦੇ ਹਾਂ ਔਰ ਬੜੇ ਸਾਰੇ ਹਿੰਦੂ ਮੁਸਲਮਾਨ ਉਹਨਾਂ ਨੂੰ ਬਰਾਬਰ ਪਿਆਰ ਕਰਦੇ ਸੀਗੇ ਔਰ ਪੰਜਾਬ ਵਿੱਚ ਜੈ ਸ਼ਬਦ ਦੇ ਸ਼ਲੋਕ ਉਹਨਾਂ ਨੇ ਲਿਖੇ ਜਿਹੜੇ 100 ਤੋਂ ਵੱਧ ਨੇ ਔਰ ਈਵਨ ਉਹਨਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦਰਜ ਕੀਤਾ ਗਿਆ ਹੈ। ਤੇ ਜਦੋਂ ਬਾਬਾ ਫਰੀਦ ਦਾ ਸ਼ਾਸਨ ਗੱਦੀ ਦਾ ਕਾਲ ਚੱਲਦਾ ਹੈ, ਉਸ ਵੇਲੇ ਮੰਗੋਲਾਂ ਦੇ ਹਮਲੇ ਵੀ ਜਿਹੜੇ ਨੇ ਭਾਰਤ ਉੱਤੇ ਹੁੰਦੇ ਨੇ ਔਰ ਖਾਸ ਤੌਰ ਦੇ ਉੱਤੇ ਸਿੰਧ, ਮੁਲਤਾਨ ਤੇ ਲਾਹੌਰ ਤੱਕ ਉਹਨਾਂ ਦੇ ਹਮਲੇ ਹੁੰਦੇ ਹੈ ਤੇ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਤੁਸੀਂ ਕਹਿ ਲਓ ਵੀ ਉਸ ਬੈਲਟ ਦੇ ਵਿੱਚ ਲੋਕਾਂ ਦਾ ਕਤਲ ਕੀਤਾ ਜਾਂਦਾ। ਇੱਕ ਅਨੁਮਾਨ ਤੇ ਹੈ ਵੀ ਲਗਭਗ 80 ਲੱਖ ਲੋਕਾਂ ਦਾ ਕਤਲ ਉਸ ਦੌਰਾਨ ਹੋਇਆ ਤੇ ਜਿਹਦੇ ਵਿੱਚ ਬਹੁਤ ਖੂਨੀ ਹਾਲਾਤ ਬਣੇ, ਮਨੁੱਖੀ ਕਦਰਾਂ ਕੀਮਤਾਂ ਘਟ ਗਈਆਂ। ਤਾਂ ਉਸ ਵੇਲੇ ਵੀ ਜਿਹੜਾ ਹੈਗਾ ਬਾਬਾ ਫਰੀਦ ਨੇ ਇਸ ਪਿਆਰ ਮੁਹੱਬਤ ਦਾ, ਅੰਦਰਲੀ ਮੁਹੱਬਤ ਦਾ ਜਿਹੜਾ ਸੀਗਾ ਉਹ ਪ੍ਰਚਾਰ ਕੀਤਾ ਤੇ ਉਹਨਾਂ ਨੇ ਉਸੇ ਗੱਲ ਦੇ ਉੱਤੇ ਜਿਹੜਾ ਸੀਗਾ ਉਸ ਨੂੰ ਜਿਹੜਾ ਹੈਗਾ ਜ਼ੋਰ ਦੇ ਕੇ ਕਿਹਾ ਔਰ 1265 ਵਿੱਚ ਪਾਕਪਟਨ ਦੇ ਵਿੱਚ ਬਾਬਾ ਫਰੀਦ ਜੀ ਨੇ ਆਪਣਾ ਦੇਹ ਜਿਹੜੀ ਸੀਗੀ ਉਹ ਛੱਡ ਦਿੱਤੀ। ਦੂਸਰਾ ਸਿਲਸਿਲਾ ਬੇਟਾ ਜਿਸ ਦਾ ਅਸੀਂ ਜ਼ਿਕਰ ਕਰਦੇ ਹਾਂ ਜਿਹੜਾ ਬੜਾ ਪ੍ਰਸਿੱਧ ਹੈ ਉਹ ਹੈ ਸੁਹਰਾਵਰਦੀ ਸਿਲਸਿਲਾ। ਇਹਨੂੰ ਸ਼ੁਰੂ ਕੀਤਾ ਸ਼ੇਖ ਜਲਾਲੁਦੀਨ ਸੈਯਦ ਤਬਰੀਜੀ ਨੇ ਔਰ ਇਹਦੇ ਜਿਹੜੇ ਹੋਰ ਪ੍ਰਸਿੱਧ ਸੰਤ ਸਨ ਉਹ ਸੀਗੇ ਨੂਰੁਦੀਨ ਮੁਬਾਰਕ, ਸ਼ੇਖ ਜ਼ਿਆਦੁਦੀਨ ਰੂਮੀ, ਸ਼ੇਖ ਬਹਾਦੁਰਦੀਨ ਜ਼ਕਰੀਆ, ਕਾਜੀ ਹਮੀਦੁਦੀਨ ਨਗੋਰੀ। ਇਹਨਾਂ ਨੇ ਇਸ ਸੰਪਰਦਾਇ ਦੇ ਵਿੱਚ ਬੜਾ ਭਾਰੀ ਯੋਗਦਾਨ ਦਿੱਤਾ ਇਸ ਸੁਹਰਾਵਰਦੀ ਸਿਲਸਿਲੇ ਦੇ ਵਿੱਚ ਔਰ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਨੇ ਕੁਰਾਨ ਸ਼ਰੀਫ ਨੂੰ ਚੰਗੀ ਤਰ੍ਹਾਂ ਅਧਿਐਨ ਕੀਤਾ ਹੋਇਆ ਸੀ ਔਰ ਹਨੇਰੇ ਨੂੰ ਦੂਰ ਕਰਨ ਲਈ ਆਪਣੀ ਰੂਹ ਨੂੰ ਜਿਹੜਾ ਹੈਗਾ ਈਸ਼ਵਰ ਦੇ ਨਾਲ ਮਿਲਾਉਣ ਦੇ ਉੱਤੇ ਉਹਨਾਂ ਨੇ ਜ਼ੋਰ ਦਿੱਤਾ ਤੇ ਉਹਨਾਂ ਨੇ ਕਹਿੰਦੇ ਕਿ ਮਦੀਨਾ, ਬੁਖਾਰਾ, ਖੁਰਾਸਾਨ, ਫਲਸਤੀਨ ਇਹਨਾਂ ਇਸਲਾਮੀ ਸਿੱਖਿਆ ਦੇ ਕੇਂਦਰਾਂ ਦੀ ਵੀ ਯਾਤਰਾ ਕੀਤੀ ਸੀਗੀ ਸ਼ੇਖ ਬਹਾਦੁਰਦੀਨ ਜ਼ਕਰੀਆ ਜੀ ਨੇ, ਜਿਨ੍ਹਾਂ ਨੂੰ ਅਸਲੀ ਜਿਹੜਾ ਹੈਗਾ ਸੰਸਥਾਪਕ ਇਹਨਾਂ ਦਾ ਮੰਨਿਆ ਜਾਂਦਾ ਹੈ। ਔਰ ਇਹਨਾਂ ਤੋਂ ਇਲਾਵਾ ਜਿਹੜੇ ਹੈਗੇ ਉਹ 1262 'ਚ ਉਹਨਾਂ ਦਾ ਜਦੋਂ ਦੇਹਾਂਤ ਹੋਇਆ ਤਾਂ ਉਸ ਤੋਂ ਬਾਅਦ ਜਿਹੜੇ ਅਗਲੇ ਕੁਝ ਸੰਤਾਂ ਨੇ ਇਸ ਨੂੰ ਅੱਗੇ ਵਧਾਇਆ। ਉਹਨਾਂ ਦਾ ਜ਼ਿਕਰ ਆਪਾਂ ਪਹਿਲਾਂ ਵੀ ਕੀਤਾ, ਸ਼ੇਖ ਉਰਉਦੀਨ ਆਰਫ, ਰੁਕੁਦੀਨ, ਸ਼ੇਖ ਨੂਰੁਦੀਨ, ਨਿਜ਼ਾਮੁਦੀਨ ਔਲੀਆ, ਜਿਨ੍ਹਾਂ ਦੀ ਪ੍ਰਸਿੱਧ ਦਰਗਾਹ ਜਿਹੜੀ ਹੈਗੀ ਹੈ ਉਹ ਦਿੱਲੀ ਦੇ ਵਿੱਚ ਹੈਗੀ ਹੈ ਔਰ ਤੁਸੀਂ ਇਹਨਾਂ ਦਾ ਨਾਮ ਵੀ ਕਈ ਵਾਰੀ ਦਿੱਲੀ ਦੇ ਵਿੱਚ ਆਮ ਤੌਰ ਦੇ ਉੱਤੇ ਦੇਖਿਆ ਹੋਣਾ। ਔਰ ਤੁਸੀਂ ਅਗਰ ਦਿੱਲੀ ਦੇ ਰੇਲਵੇ ਸਟੇਸ਼ਨ ਦਾ ਨਾਮ ਸੁਣਿਆ ਹੋਣਾ ਤਾਂ ਅਸੀਂ ਇੱਕ ਰੇਲਵੇ ਸਟੇਸ਼ਨ ਨੂੰ ਨਵੀਂ ਦਿੱਲੀ ਦਾ ਰੇਲਵੇ ਸਟੇਸ਼ਨ ਕਹਿੰਦੇ ਹਾਂ ਤਾਂ ਦੂਜਾ ਤੁਸੀਂ ਕਈ ਵਾਰੀ ਟ੍ਰੇਨਸ ਨੇ ਦੇਖਿਆ ਹੋਣਾ ਤੇ ਪੁੱਛਦੇ ਵੀ ਕਿੱਥੇ ਤੱਕ ਜਾਏਗੀ, ਉਹ ਕਹਿ ਦਿੰਦੇ ਨੇ ਨਿਜ਼ਾਮੁਦੀਨ ਤੱਕ ਜਾਏਗੀ। ਉਹ ਜਿਹੜਾ ਨਿਜ਼ਾਮੁਦੀਨ ਨਾਮ ਹੈਗਾ ਉਹ ਇਹਨਾਂ ਹੀ ਚਿਸ਼ਤੀ ਜਿਹੜੇ ਆਪਣੇ ਨਿਜ਼ਾਮੁਦੀਨ ਔਲੀਆ ਨੇ ਇਹਨਾਂ ਦੇ ਨਾਮ ਤੋਂ ਹੀ ਜਿਹੜਾ ਹੈਗਾ ਉਹਨਾਂ ਦਾ ਨਾਮ ਪਿਆ ਹੈਗਾ। ਠੀਕ ਹੈ ਬੇਟਾ, ਤੋਂ ਇਹਨਾਂ ਦਾ ਜ਼ਿਕਰ ਤੁਸੀਂ ਇਸੇ ਢੰਗ ਦੇ ਨਾਲ ਕਰਨਾ ਹੈਗਾ। ਔਰ ਇਸੇ ਕਾਲ ਦੇ ਵਿੱਚ ਜਿਹੜੇ ਇੱਕ ਹੋਰ ਬਹੁਤ ਪ੍ਰਸਿੱਧ ਪੋਇਟ ਹੋਏ ਜਿਨ੍ਹਾਂ ਤੋਂ ਤੁਸੀਂ ਇਹ ਵੀ ਕਹਿ ਸਕਦੇ ਹੋ ਵੀ ਕਈ ਲੋਕ ਇਹ ਕਹਿੰਦੇ ਨੇ ਵੀ ਉੱਥੋਂ ਉਰਦੂ ਦੀ ਸ਼ੁਰੂਆਤ ਹੋਈ, ਕਿਉਂਕਿ ਉਰਦੂ ਕਹਿੰਦੇ ਨੇ
ਅਰਬੀ ਜਿਹੜੀ ਪਰਸ਼ੀਅਨ ਲੈਂਗੁਏਜ ਪਲੱਸ ਹਿੰਦੁਸਤਾਨੀ ਭਾਸ਼ਾਵਾਂ ਦਾ ਮੇਲ ਹੈ ਉਰਦੂ ਆਪਣੇ ਆਪ ਦੇ ਵਿੱਚ ਕੋਈ ਓਰੀਜਨਲ ਲੈਂਗੁਏਜ ਨਹੀਂ ਹੈ, ਇਹਨਾਂ ਨੂੰ ਮਿਕਸ ਕਰਕੇ ਜਿਹੜੀ ਆਮ ਬੋਲੀ ਬਣੀ ਉਹ ਉਰਦੂ ਹੈ। ਤਾਂ ਉਹਦੇ ਲਈ ਅਮੀਰ ਖੁਸਰੋ ਦਾ ਨਾਮ ਜਿਹੜਾ ਹੈਗਾ ਬਹੁਤ ਪ੍ਰਸਿੱਧ ਆਉਂਦਾ ਹੈਗਾ, ਔਰ ਉਸ ਵੇਲੇ ਬਹੁਤ ਪ੍ਰਸਿੱਧ ਹੋਏ, ਬੜਾ ਮਾਣ ਸਨਮਾਨ ਸੀ, ਜਿਵੇਂ ਪੰਜਾਬੀ 'ਚ ਕਹਿ ਦਿੰਦੇ ਆ ਵੀ ਉਹਨਾਂ ਨੂੰ ਬਹੁਤ ਮਾਨਤਾ ਉਸ ਵੇਲੇ ਮਿਲੀ ਹੋਈ ਸੀ, ਇਸ ਕਰਕੇ ਉਹਨਾਂ ਨੂੰ ਉਸ ਵੇਲੇ ਤੂਤੀ ਇਹ ਹਿੰਦ ਵੀ ਕਿਹਾ ਜਾਂਦਾ ਸੀਗਾ। ਤਾਂ ਇਹ ਸੂਫੀ ਮਤ ਨਾਲ ਸੰਬੰਧਿਤ ਕੁਛ ਵਿਚਾਰਕ ਨੇ ਜਿਨ੍ਹਾਂ ਦਾ ਬੇਟਾ ਅਸੀਂ ਜ਼ਿਕਰ ਕਰਨਾ ਹੈ। ਅਤੇ ਜਿੱਦਾਂ ਅਸੀਂ ਆਪਣੇ